ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਨਾਲ ਜੁੜੀਆਂ ਖਾਸ ਅਪਡੇਟਸ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ 18 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਜਾਣੀਆਂ ਨੇ, ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਖਾਸ ਤੌਰ ਦੇ ਉੱਤੇ 18 ਤਰੀਕ ਨੂੰ ਕੀ ਕੁਝ ਖਾਸ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੂਟ ਪਲਾਨ ਦਿੱਤੇ ਗਏ ਨੇ, ਕਿ ਕੁਝ ਖਾਸ ਐਲਾਨ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਗਏ ਨੇ। ਸਿੱਧਾ ਪ੍ਰੈਸ ਕਾਨਫਰੰਸ ਦੇ ਬਾਅਦ ਚੱਲਦੇ ਹਾਂ ਤੇ ਸੁਣਦੇ ਹਾਂ ਕਿ ਆਖਿਰਕਾਰ ਕੀ ਕੁਝ ਖਾਸ ਕਿਸਾਨ ਜਥੇਬੰਦੀਆਂ ਨੇ ਆਖਿਆ। ਅੱਜ ਸਰ ਛੋਟੂ ਰਾਮ ਜੀ ਦੀ ਜਯੰਤੀ ਨੂੰ ਮਨਾਇਆ ਗਿਆ, ਸਾਰੇ ਦੇਸ਼ ਦੇ ਵਿੱਚ ਮਨਾ ਰਹੇ ਹਾਂ, ਜਿਨ੍ਹਾਂ ਨੇ ਕਿਸਾਨਾਂ ਲਈ ਉਹ ਕਾਨੂੰਨ ਬਣਾਏ ਜਿਹੋ ਜਿਹੇ ਕਾਨੂੰਨਾਂ ਲਈ ਅਸੀਂ ਹੁਣ ਲੜ ਰਹੇ ਹਾਂ। ਸਾਰੇ ਜੀਵਨ ਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਜਾਇਦਾਦ ਮਾਲਕ ਬਣਾਉਣ ਲਈ, ਕਰਜ਼ਾ ਮਾਫੀ ਦੇ ਉੱਤੇ, ਕੁਰਕੀ ਕਿਸਾਨਾਂ ਦੀ ਜ਼ਮੀਨ ਦੀ, ਡੰਗਰਾਂ ਦੀ ਤੇ ਘਰਾਂ ਦੀ ਰੋਕਣ ਲਈ ਉਹ ਕਾਨੂੰਨ ਬਣਾਏ ਅੰਗਰੇਜ਼ ਸਰਕਾਰ ਦੇ ਖਿਲਾਫ ਲੜ ਕੇ। ਔਰ ਇੱਥੇ ਸਾਡੀ ਉਹ ਸਰਕਾਰ ਜਿਹੜੀ ਸਾਡੀ ਜ਼ਮੀਨ ਨੂੰ ਪਰੋਸ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ, ਉਹਨਾਂ ਦੀ ਉਸ ਐਜੀਟੇਸ਼ਨ ਨੂੰ ਅਸੀਂ ਤੇਜ਼ ਕਰਨ ਲਈ 18 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ 4 ਘੰਟੇ ਲਈ ਜੋ ਰੇਲ ਰੋਕਣ ਦਾ ਸੱਦਾ ਦਿੱਤਾ ਗਿਆ ਉਹਨੂੰ ਵਿਚਾਰਿਆ ਹੈ। ਵੱਡੀ ਪੱਧਰ ਤੇ ਉਹ ਕਾਮਯਾਬ ਹੋਣਾ ਹੈ, ਤਿਆਰੀਆਂ ਹੋ ਰਹੀਆਂ। ਸਰਕਾਰ ਲਈ ਉਹ ਚੈਲੰਜ ਬਣਨਾ ਹੈ ਕਿ ਦੇਸ਼ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ, ਚਾਹੇ ਉਹ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉੱਤਰਾਖੰਡ ਹੈ, ਮੱਧ ਪ੍ਰਦੇਸ਼ ਹੈ, ਯੂਪੀ ਹੈ, ਇਹ ਚਾਹੇ ਆਪਣਾ ਤ੍ਰਿਪੁਰਾ ਹੈਗਾ, ਬੰਗਾਲ ਹੈਗਾ, ਇਹਨਾਂ ਸਾਰੀਆਂ, ਉੜੀਸਾ, ਸਾਰੀਆਂ ਸਟੇਟਾਂ ਦੇ ਵਿੱਚ ਕਾਮਯਾਬ ਹੋਣਾ ਹੈ। ਇਸੇ ਤਰ੍ਹਾਂ ਦੂਸਰੇ ਤੌਰ ਤੇ 26 ਜਨਵਰੀ ਨੂੰ ਸਾਡੇ ਕਿਸਾਨ ਬਹੁਤ ਸਾਰੇ ਸਰਕਾਰ ਵੱਲੋਂ ਤੇ 29 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ। ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਪੈਰਵਾਈ ਕਰਨ ਲਈ ਲੀਗਲ ਸੈੱਲ ਬਣਾਇਆ ਸੀ। ਸਾਡੇ ਵਕੀਲ ਸਾਹਿਬਾਨ ਉਹਦੀ ਪੈਰਵਾਈ ਕਰ ਰਹੇ ਸੀ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ। ਉਹ 44 ਜੋ FIR ਸਰਕਾਰ ਵੱਲੋਂ ਕੱਟੀਆਂ ਗਈਆਂ, ਉਹਨਾਂ 14 ਦੇ ਵਿੱਚ 122 ਦੇ ਲਗਭਗ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 10 ਦੀਆਂ ਜ਼ਮਾਨਤਾਂ ਹੋ ਚੁੱਕੀਆਂ, 5 ਦੀ ਜ਼ਮਾਨਤਾਂ ਜਲਾਈ ਸੀ, ਉਹਦੀ ਹਜੇ ਰਿਪੋਰਟ ਹੈ, ਸ਼ਾਇਦ ਉਹ ਵੀ ਜ਼ਮਾਨਤ ਹੋ ਜੇ। ਇਸ ਤਰੀਕੇ ਨਾਲ ਜਿੱਥੇ ਉਹ ਜੇਲ੍ਹ 'ਚ ਬੈਠੇ ਹੈ ਸਾਥੀ, ਉਹਨਾਂ ਨੂੰ ਮਿਲ ਕੇ ਜਿਸ ਵੀ ਚੀਜ਼ ਦੀ ਲੋੜ ਹੈ, ਕਿਸੇ ਚੀਜ਼ ਦੀ, ਕੱਪੜੇ ਦੀ, ਆਰਥਿਕ ਤੌਰ ਤੇ ਕੋਈ ਵੀ, ਉਹ ਸਾਡੇ ਵਕੀਲ ਮੁਹੱਈਆ ਕਰਾ ਰਹੇ ਹੈ ਸੰਯੁਕਤ ਮੋਰਚੇ ਵੱਲੋਂ। ਔਰ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਵੱਖ-ਵੱਖ ਜੇਲ੍ਹਾਂ 'ਚ ਹੈ ਉਹ ਤਿਹਾੜ ਜੇਲ੍ਹ 'ਚ ਇਕੱਠੇ ਕਰ ਦੇਣ ਤਾਂ ਕਿ ਉਹਨਾਂ ਕਿਸਾਨਾਂ ਨੂੰ ਸਾਨੂੰ ਮਿਲਣਾ ਸੌਖਾ ਰਹੇ। ਉਧਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। ਜੀ ਹਾਂ, 19 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਬੈਠਕ ਸੱਦੀ ਗਈ ਹੈ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਖਾਸ ਤੌਰ ਤੇ ਉੱਤੇ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਕਿ ਕੁਝ ਖਾਸ ਇਸ 19 ਤਰੀਕ ਨੂੰ ਹੋਣ ਵਾਲਾ। ਇਸ ਦੇ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕੀ ਕੁਝ ਖਾਸ ਜਿਹੜਾ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ? ਜੋ 19 ਤਰੀਕ ਨੂੰ ਬੈਠਕ ਸੱਦੀ ਗਈ ਹੈ, 19 ਫਰਵਰੀ ਦੀ ਇਹ ਬੈਠਕ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਮੰਤਰੀ ਹਾਜ਼ਰ ਹੋ ਸਕਦੇ ਨੇ। ਦੇਖੋ, ਕਈ ਵਾਰੀ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਫੈਸਲੇ ਲੈਣਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਉਹ ਫੈਸਲੇ ਲੈਣੇ ਬੜੇ ਜ਼ਰੂਰੀ ਹੈ। ਔਰ ਹੁਣ 19 ਤਰੀਕ ਨੂੰ ਪੰਜਾਬ ਮੰਤਰੀ ਮੰਡਲ ਦੀ ਕੈਬਨਿਟ ਦੀ ਬੈਠਕ ਹੈ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਹੋਣੀ ਹੈ। ਪਰ ਅਸੀਂ ਇਹਨੂੰ ਅਗਰ ਇਹਦਾ ਕੱਪੜ ਛਾਂਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿਧਾਨ ਸਭਾ ਸੈਸ਼ਨ ਦੇ ਕਈ ਵੱਡੇ ਨਤੀਜੇ ਨਿਕਲ ਕੇ ਆਉਣਗੇ। ਇੱਕ, ਜਿਹੜੇ ਵਿਧਾਨ ਸਭਾ 'ਚ ਪਹਿਲਾਂ ਬਿੱਲ ਪਾਸ ਕੀਤੇ ਗਏ ਸੀ, ਸੋਧ ਮਤੇ ਲਿਆਂਦੇ ਗਏ ਸੀ, ਜਿਹੜੇ ਗਵਰਨਰ ਸਾਹਿਬ ਕੋਲ ਹੀ ਨੇ, ਗਵਰਨਰ ਸਾਹਿਬ ਨੇ ਜਿਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਕੋਲੇ ਨਹੀਂ ਭੇਜਿਆ, ਔਰ ਨਿਯਮ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ, ਜਿਹੜਾ ਵਿਧਾਨ ਪਾਲਕ ਹੈ ਉਹਦੇ ਨਿਯਮਾਂ ਦੇ ਮੁਤਾਬਕ ਅਗਰ ਵਿਧਾਨ ਸਭਾ ਦੇ ਵਿੱਚ ਪਾਸ ਕੋਈ ਵੀ ਕਾਨੂੰਨ ਜਾਂ ਬਿੱਲ ਜਦੋਂ ਦਸਤਖਤ ਕਰ ਦਿੰਦੇ ਨੇ ਗਵਰਨਰ ਤਾਂ ਫਿਰ ਉਹ ਕਾਨੂੰਨ ਬਣ ਜਾਂਦਾ ਹੈ। ਵਿਧਾਨ ਸਭਾ 'ਚ ਪਾਸ ਕੀਤਾ ਗਿਆ ਕੋਈ ਵੀ ਖਰੜਾ, ਪ੍ਰਸਤਾਵ, ਬਿੱਲ ਜਦੋਂ ਗਵਰਨਰ ਕੋਲੇ ਭੇਜਿਆ ਜਾਂਦਾ ਤੇ ਅਗਰ ਗਵਰਨਰ ਉਹਨੂੰ ਵਾਪਸ ਮੋੜ ਦਿੰਦੇ ਨੇ ਤਾਂ ਫਿਰ ਅਗਰ ਦੂਜੀ ਵਾਰੀ ਵਿਧਾਨ ਸਭਾ ਉਸ ਬਿੱਲ ਨੂੰ ਜਾਂ ਉਸ ਖਰੜੇ ਨੂੰ ਪਾਸ ਕਰਕੇ ਦੁਬਾਰਾ ਭੇਜਦੀ ਹੈ ਤੇ ਫਿਰ ਗਵਰਨਰ ਦੇ ਲਈ ਇਹ ਬੜਾ ਲਾਜ਼ਮੀ ਹੋ ਜਾਂਦਾ ਕਿ ਉਹ ਰਾਸ਼ਟਰਪਤੀ ਕੋਲ ਉਹਨਾਂ ਨੂੰ ਭੇਜਣ। ਸੋ ਕਿਉਂਕਿ ਪਿਛਲੇ ਜਿਹੜੇ ਖੇਤੀ ਕਾਨੂੰਨਾਂ 'ਚ ਸੋਧ ਬਿੱਲ ਨੇ ਉਹ ਰਾਸ਼ਟਰਪਤੀ ਕੋਲੇ ਨਹੀਂ ਗਏ, ਉਹ ਗਵਰਨਰ ਸਾਹਿਬ ਕੋਲ ਹੀ ਨੇ। ਇਸ ਕਰਕੇ ਦੂਜੀ ਵਾਰੀ ਜਦੋਂ ਇਹ ਵਿਧਾਨ ਸਭਾ 'ਚ ਪਾਸ ਕੀਤੇ ਜਾਣੇ ਨੇ ਤਾਂ ਇਹਨਾਂ ਦੀ ਇੱਕ ਕਾਨੂੰਨੀ
ਜਿਹੜੀ ਹੈ ਉਹ ਵੈਲਿਊ ਬਣ ਜਾਣੀ, ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਕਾਨੂੰਨੀ ਬੁੱਕਤ, ਕਾਨੂੰਨੀ ਮਾਨਤਾ ਮਿਲ ਜਾਣੀ ਹੈ। ਇਹਦੇ ਆਧਾਰ ਤੇ ਅਗਰ ਗਵਰਨਰ ਸਾਹਿਬ ਰਾਸ਼ਟਰਪਤੀ ਕੋਲੇ ਨਹੀਂ ਭੇਜਦੇ ਤਾਂ ਵੀ ਇੱਕ ਸੰਵਿਧਾਨਿਕ ਸੰਕਟ ਖੜਾ ਹੋ ਸਕਦਾ ਹੈ, ਔਰ ਉਸ ਕੇਸ 'ਚ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚ ਵੀ ਜਾ ਸਕਦੀ ਹੈ ਕਿ ਸਾਡੇ ਜਿਹੜੇ ਬਿੱਲ ਨੇ ਵਿਧਾਨ ਸਭਾ ਨੇ ਪਾਸ ਕੀਤੇ ਨੇ ਉਹ ਸਾਡੇ ਪਾਸ ਹੋਣੇ ਚਾਹੀਦੇ ਨੇ, ਉਹ ਰਾਸ਼ਟਰਪਤੀ ਸਾਹਿਬ ਕੋਲੇ ਨਹੀਂ ਜਾ ਰਹੇ। ਸੋ ਸੰਵਿਧਾਨਿਕ ਬੈਂਚ ਹੈ ਜਿਹੜੀ ਸੁਪਰੀਮ ਕੋਰਟ, ਉਹਦੇ ਕੋਲੋਂ ਵੀ ਸੂਬੇ ਦੀ ਸਰਕਾਰ ਸੁਪਰੀਮ ਕੋਰਟ 'ਚ ਪਹੁੰਚ ਕਰਕੇ ਮੰਗ ਕਰ ਸਕਦੀ ਹੈ ਕਿ ਕਨਸਟੀਟਿਊਸ਼ਨਲ ਬੈਂਚ ਬਣਾ ਕੇ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ। ਸੋ ਕਾਨੂੰਨੀ ਗੱਲਾਂ ਬਹੁਤ ਦੂਰ ਤੱਕ ਜਾ ਸਕਦੀਆਂ ਨੇ। ਮੈਂ ਅੱਗੇ ਵੀ ਕਹਿਣਾ, ਪੰਜਾਬ ਦੀ ਸਾਰੀ ਕਿਸਾਨ ਮੋਰਚੇ ਨੂੰ ਪੰਜਾਬ ਵਿਧਾਨ ਸਭਾ ਦੇ ਪਾਸ ਕੀਤੇ ਬਿੱਲਾਂ ਤੇ ਮਤਿਆਂ ਤੇ ਪਹਿਰਾ ਦੇਣਾ ਚਾਹੀਦਾ ਹੈ। ਮੈਂ ਹੈਰਾਨ ਹਾਂ ਗਗਨ ਜੀ ਕਿ ਕਿਸਾਨ ਮੋਰਚੇ ਨੇ ਜਾਂ ਕਿਸਾਨ ਸੰਗਠਨਾਂ ਨੇ ਭਾਵੇਂ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਭਾਵੇਂ ਉਹਨਾਂ ਨੇ ਕੋਈ ਵੱਡੇ ਪ੍ਰੋਗਰਾਮ ਦਿੱਤੇ ਨੇ, ਉਹਨਾਂ ਨੇ ਇਸ ਏਜੰਡੇ ਨੂੰ ਮੁੱਖ ਰੂਪ 'ਚ ਅੱਗੇ ਨਹੀਂ ਲਿਆਂਦਾ ਕਿ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਸਾਡੇ ਖੇਤੀ ਕਾਨੂੰਨਾਂ ਨੂੰ ਵੀ ਗਵਰਨਰ ਤੋਂ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਨੂੰ ਪਾਸ ਕੀਤਾ ਜਾਵੇ। ਸੋ ਪੰਜਾਬ ਦੀ ਵਿਧਾਨ ਸਭਾ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਇਹ ਕੋਈ ਖੇਡ ਵਾਲਾ ਸਟੇਡੀਅਮ ਨਹੀਂ ਹੈਗੀ। ਪੰਜਾਬ ਦੀ ਵਿਧਾਨ ਸਭਾ ਲੱਖਾਂ ਕਰੋੜਾਂ ਰੁਪਏ ਸੂਬੇ ਦੇ ਲੱਗਦੇ ਨੇ, ਔਰ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਵੀ ਬੁੱਕਤ ਹੈ। ਸਾਡੇ ਕਿਸਾਨਾਂ ਨੂੰ ਇਹ ਵੀ ਸਮਝਣਾ ਪਊਗਾ। ਇਕੱਲੇ ਕੇਂਦਰ ਦੇ ਦੇਖੋ, ਇੱਕ ਪਾਸੇ ਸਾਡੇ ਕਿਸਾਨ ਬਾਰ-ਬਾਰ ਕੇਂਦਰ ਅੱਗੇ ਵੀ ਗੱਲ ਕਰਦੇ ਨੇ, ਥਾਂ-ਥਾਂ ਗੱਲ ਕਰਦੇ ਨੇ ਵੀ ਖੇਤੀ ਦੇ ਕਾਨੂੰਨ ਬਣਾਉਣਾ ਸੂਬੇ ਦਾ ਅਧਿਕਾਰ ਹੈ, ਤੇ ਫਿਰ ਜਿਹੜੇ ਸੂਬੇ ਨੇ ਖੇਤੀ ਕਾਨੂੰਨ ਪਾਸ ਕੀਤੇ, ਸੋਧ ਬਿੱਲ ਪਾਸ ਕੀਤੇ, ਉਹਨਾਂ ਤੇ ਕੋਈ ਪਹਿਰਾ ਨਹੀਂ। ਸੋ ਕਈ ਵਾਰੀ ਅਸੀਂ ਆਮ ਤੌਰ ਤੇ, ਚਲੋ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ, ਪਰ ਕਈ ਵਾਰੀ ਅਸੀਂ ਅਣਜਾਣ ਪੁਣੇ ਦੇ ਵਿੱਚ ਉਹਨਾਂ ਗੱਲਾਂ ਤੇ ਪਹਿਰਾ ਨਹੀਂ ਦਿੰਦੇ ਜਿਨ੍ਹਾਂ ਤੇ ਪਹਿਰਾ ਦੇਣਾ ਬੜਾ ਜ਼ਰੂਰੀ ਹੈ। ਠੀਕ ਹੈ, ਕਿਸਾਨ ਆਪਣੀ ਉਸ ਜ਼ਿੱਦ ਤੇ ਕਾਇਮ ਰਹਿਣ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਨੇ। ਇਹ ਕਿਸਾਨਾਂ ਦਾ ਵਿਸ਼ਾ, ਅਸੀਂ ਸਮਰਥਨ ਵੀ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ, ਪਰ ਫਿਰ ਵੀ ਉਹਨਾਂ ਨੂੰ ਸਾਰੇ ਪਾਸੇ ਦੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ ਕਿਸਾਨਾਂ ਲਈ। ਸੋ ਅੱਖਾਂ ਬੰਦ ਕਰਕੇ ਕਾਰ, ਸਕੂਟਰ, ਸਾਈਕਲ ਨਹੀਂ ਚਲਾਇਆ ਜਾ ਸਕਦਾ। ਸੋ ਪੰਜਾਬ ਵਿਧਾਨ ਸਭਾ 'ਚ ਜਿਹੜੇ ਖੇਤੀ ਕਾਨੂੰਨ ਪਾਸ ਹੋਏ ਨੇ ਉਹਨਾਂ ਦੀ ਬਹੁਤ ਮਹੱਤਤਾ। ਇਸ ਪਾਸੇ ਰਾਜਨੀਤੀ ਤੋਂ ਉੱਪਰ ਹੋ ਕੇ ਸੋਚਣਾ ਪਊਗਾ। ਇਹ ਸੋਚਣ ਦੀ ਲੋੜ ਨਹੀਂ ਵੀ ਹੁਣ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ, ਅਕਾਲੀ ਦਲ ਨੇ ਵਿਰੋਧ ਕਰਤਾ, ਇਹ ਸੋਚ ਕੇ ਵਿਰੋਧ ਕਰਨ ਦੀ ਲੋੜ ਨਹੀਂ ਵੀ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ 'ਚ ਮਤੇ ਲਿਆਂਦੇ ਸੀ। ਉਹਦੀ ਤਾਂ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਉਹਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ। ਮੰਗ ਵੀ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਕੈਪਟਨ ਤੋਂ ਹੀ ਕਰਦੀਆਂ ਨੇ ਨਾ, ਵੀ ਕੈਪਟਨ ਅਮਰਿੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ। ਜਦੋਂ ਸੈਸ਼ਨ ਬੁਲਾ ਕੇ ਮਤੇ ਪਾਸ ਹੋਏ ਉਦੋਂ ਸਰਬਸੰਮਤੀ ਨਾਲ ਪਾਸ ਹੋਏ। ਬਾਅਦ 'ਚ ਇਹ ਸੋਚ ਕੇ ਅਸੀਂ ਵਿਰੋਧ ਕਰੀਏ ਵੀ ਕਿਤੇ ਕੈਪਟਨ ਸਿਆਸੀ ਫਾਇਦਾ ਨਾ ਲੈ ਜੇ। ਉਹ ਪੰਜਾਬ ਦੇ ਹਿੱਤ ਦੇ ਜਿਹੜੇ ਨੇ ਖੇਤੀ ਸੋਧ ਮਤੇ ਪਾਸ ਹੋਏ ਸੀ ਪੰਜਾਬ ਦੀ ਵਿਧਾਨ ਸਭਾ 'ਚ। ਸੋ 19 ਤਰੀਕ ਨੂੰ ਮੰਤਰੀ ਮੰਡਲ ਦੀ ਬੈਠਕ 'ਚ ਕੈਪਟਨ ਅਮਰਿੰਦਰ ਫਿਰ ਵਿਧਾਨ ਸਭਾ ਦੀਆਂ ਤਰੀਕਾਂ ਦੇ ਐਲਾਨ ਕਰਨਗੇ ਤਾਂ ਕਿ ਨਵੇਂ ਸਿਰੇ ਤੋਂ ਜਿਹੜੇ ਸੋਧ ਮਤੇ ਨੇ ਵਿਧਾਨ ਸਭਾ 'ਚ ਦੁਬਾਰਾ ਇਹਨਾਂ ਨੂੰ ਖੇਤੀ ਕੇਂਦਰ ਵਾਲੇ ਕਾਨੂੰਨਾਂ ਨੂੰ ਰੱਦ ਕਰਕੇ ਸੋਧ ਮਤੇ ਲਿਆਂਦੇ ਜਾਣ। 3 ਸਾਲ ਦੀ ਸਜ਼ਾ ਵਾਲਾ ਜਿਹੜਾ ਬਿੱਲ ਹੈ ਉਹ ਦੁਬਾਰਾ ਪਾਸ ਕੀਤਾ ਜਾਵੇ। ਸੋ ਮੈਨੂੰ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ ਬੜਾ ਅਹਿਮ ਹੋਊਗਾ। ਔਰ ਪੁਰਾਣੇ ਸਮਿਆਂ 'ਚ ਜਿਹੜੇ ਕੰਟਰੈਕਟ ਫਾਰਮਿੰਗ ਨਾਲ ਜੁੜੇ ਕਈ ਕਾਨੂੰਨ ਸੀ, ਬਹੁਤ ਸਾਰੇ ਕਾਨੂੰਨ ਸੀ ਪੰਜਾਬ 'ਚ ਜਿਨ੍ਹਾਂ ਦਾ ਕਿਸਾਨ ਵਿਰੋਧ ਕਰਦੇ ਸੀ ਜਾਂ ਵਿਰੋਧੀ ਪਾਰਟੀਆਂ ਵਿਰੋਧ ਕਰਦੀਆਂ ਨੇ। ਮੈਨੂੰ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਉਹਨਾਂ ਨੂੰ ਰੱਦ ਕਰੂਗਾ, ਔਰ ਮੈਨੂੰ ਇਹ ਵੀ ਸੰਭਾਵਨਾ ਹੈ ਕਿ ਇਸ ਵਿਧਾਨ ਸਭਾ ਸੈਸ਼ਨ 'ਚ ਪੰਜਾਬ ਦੀਆਂ ਸਬਜ਼ੀਆਂ ਨਾਲ ਜੁੜਿਆ ਕੋਈ ਨਾ ਕੋਈ ਕਾਨੂੰਨ ਲਿਆਇਆ ਜਾਊਗਾ ਔਰ ਸਬਜ਼ੀਆਂ ਤੇ MSP ਲਾਈ ਜਾਏਗੀ। ਇਹ ਮੈਨੂੰ ਆਸ ਹੈ। ਉਧਰ 26 ਜਨਵਰੀ ਨੂੰ ਦਿੱਲੀ ਦੇ ਵਿੱਚ ਵਾਪਰੀ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਲਗਾਤਾਰ 15 ਦਿਨ ਤੱਕ ਪੁਲਿਸ ਦੇ ਹੱਥ ਵਿੱਚੋਂ ਬਾਹਰ ਰਹੇ ਦੀਪ ਸਿੱਧੂ ਦਾ ਆਖਿਰਕਾਰ 1 ਹਫ਼ਤੇ ਦਾ ਪੁਲਿਸ ਰਿਮਾਂਡ ਅੱਜ ਸਮਾਪਤ ਹੋ ਚੁੱਕਿਆ ਸੀ, ਜਿਸ ਨੂੰ ਲੈ ਕੇ ਦੀਪ ਸਿੱਧੂ ਨੂੰ ਇੱਕ ਵਾਰ ਫਿਰ ਪੇਸ਼ ਕੀਤਾ ਗਿਆ। ਇਹ ਪੇਸ਼ਗੀ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਜੱਜ ਤੇ ਘਰੇ ਹੋਈ ਹੈ, ਜਿਸ ਮੌਕੇ ਦੇ ਉੱਤੇ ਜੈ ਸਾਹਿਬਾਨ ਦੇ ਵੱਲੋਂ ਦੀਪ ਸਿੱਧੂ ਦੇ ਕੇਸ ਦੇ ਵਿੱਚ ਸੁਣਵਾਈ ਹੋਈ ਹੈ ਤੇ 1 ਹਫ਼ਤੇ ਦਾ ਹੋਰ ਪੁਲਿਸ ਰਿਮਾਂਡ ਦੀਪ ਸਿੱਧੂ ਦਾ ਵਧਾ ਦਿੱਤਾ ਗਿਆ। ਸੋ ਹੁਣ 1 ਹਫ਼ਤਾ ਹੋਰ ਪੁਲਿਸ ਪੁੱਛਗਿੱਛ ਕਰੇਗੀ ਦੀਪ ਸਿੱਧੂ ਤੋਂ ਅਤੇ ਦੀਪ ਸਿੱਧੂ ਤੋਂ ਪੁਲਿਸ ਦਾ ਕਹਿਣਾ ਹੈ ਕਿ ਕਈ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਤੇ ਨਾਲ ਹੀ ਬੀਤੇ ਦਿਨੀ ਗ੍ਰਿਫਤਾਰ ਕੀਤੇ ਗਏ ਇਕਬਾਲ ਸਿੰਘ ਦੇ ਮਾਮਲੇ 'ਚ ਅਤੇ ਲੱਖੇ ਸਿਧਾਣੇ ਨੂੰ ਲੈ ਕੇ ਵੀ ਦਿੱਲੀ ਪੁਲਿਸ ਜਾਂਚ ਪੜਤਾਲ ਦੀਪ ਸਿੱਧੂ ਤੋਂ ਕਰ ਰਹੀ ਹੈ। ਇਸ ਕਰਕੇ 1 ਹਫ਼ਤੇ ਦਾ ਹੋਰ ਪੁਲਿਸ ਰਿਮਾਂਡ ਵਧਾਇਆ ਗਿਆ। ਹੁਣ ਦੀਪ ਸਿੱਧੂ ਪੁਲਿਸ ਹਿਰਾਸਤ ਦੇ ਵਿੱਚ ਰਹੇਗਾ ਤੇ ਅਗਲੀ ਸੁਣਵਾਈ 7 ਦਿਨਾਂ ਬਾਅਦ ਹੋਵੇਗੀ, ਜਿਸ ਤੋਂ ਬਾਅਦ ਦੀਪ ਸਿੱਧੂ ਦਾ ਰਿਮਾਂਡ ਅੱਗੇ ਪੁਲਿਸ ਦੇ ਵੱਲੋਂ ਮੰਗਿਆ ਜਾਂਦਾ ਹੈ ਜਾਂ ਫਿਰ ਦੀਪ ਸਿੱਧੂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਾਂਦਾ ਹੈ। ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਉਧਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚੋਂ ਲਗਾਤਾਰ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਵੀ ਹੁਣ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਬਿਆਨ ਦਿੰਦਿਆਂ ਕਿਹਾ ਹੈ ਕਿ ਦਿਸ਼ਾ ਰਵੀ ਇੱਕ ਵੱਡੀ ਕਾਰਕੁਨ ਬਣ ਚੁੱਕੀ ਹੈ ਤੇ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਅਸੀਂ ਸਦਾ ਖੜੇ ਰਹਾਂਗੇ। ਹੋਰ ਕੀ ਕੁਝ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਉਹ ਵੀ ਸੁਣਦੇ ਹਾਂ।
ਦੋ ਮਸਲੇ ਹੈ। ਤੁਸੀਂ ਗ੍ਰਿਫਤਾਰੀਆਂ ਦੀ ਗੱਲ ਕਰ ਰਹੇ ਹੋ। ਗ੍ਰਿਫਤਾਰੀਆਂ ਦਾ ਆਲਮ ਤਾਂ ਆ ਹੋਇਆ ਖੜਾ ਵੀ ਕੱਲ ਉਸ ਬੱਚੀ ਨੂੰ 21 ਸਾਲ ਦੀ ਬੱਚੀ ਨੂੰ ਦਿਸ਼ਾ ਰਵੀ ਜਿਹੜੀ ਹੈ ਉਹਨਾਂ ਨੇ ਗ੍ਰਿਫਤਾਰ ਕੀਤਾ। ਉਹਦੇ ਵਾਸਤੇ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਆ ਬੇਨਤੀ ਕਰੂੰਗਾ, ਸੰਭਲ ਜਾਓ, ਹੋਸ਼ 'ਚ ਆ ਜਾਓ। ਉਹ ਜਿਹੜੀਆਂ ਕਿੱਲਾਂ ਸਿੰਘੂ ਬਾਰਡਰ ਤੇ ਇਹਨਾਂ ਨੇ ਸੜਕ 'ਚ ਠੋਕੀਆਂ, ਉਹ ਸੜਕ 'ਚ ਨਹੀਂ ਠੋਕੀਆਂ, ਉਹ ਲੋਕਤੰਤਰ ਦੀ ਹਿੱਕ ਦੇ ਵਿੱਚ ਠੋਕੀਆਂ, ਲੋਕਤੰਤਰ ਦੀ ਛਾਤੀ ਦੇ ਵਿੱਚ ਠੋਕੀਆਂ। ਹੁਣ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਲੋਕ ਜਾਗ ਗਏ, ਲੋਕ ਹੌਸਲੇ 'ਚ ਆ ਕੇ ਖੜ ਗਏ, ਇਸ ਗੱਲ ਨੂੰ ਸਮਝ ਗਏ, ਤਾਂ ਉਹੀ ਕਿੱਲਾਂ ਜਿਸ ਤਰ੍ਹਾਂ ਲਾਲਾ ਲਾਜਪਤ ਰਾਏ ਜੀ ਨੇ ਕਿਹਾ ਸੀਗਾ ਜਦੋਂ ਉਹਨਾਂ ਦੇ ਛਾਤੀ ਤੇ ਡਾਂਗਾਂ ਮਾਰੀਆਂ ਸੀਗੀਆਂ ਵੀ एक एक लाठी जो मेरे सीने पे लगी है वो इस अंग्रेज शासन के ताबूत में एक एक कील साबित होगी। ਅੱਜ ਦੇਸ਼ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਇਕੱਠੇ ਹੋ ਗਏ ਤੇ ਆ ਜਿਹੜੀ ਕ੍ਰਾਂਤੀ ਲੋਕ ਜਿਹੜੀ ਲਹਿਰ ਚੱਲੀ ਹੈ, ਇਹਨਾਂ ਕਿੱਲਾਂ ਨੂੰ ਤਾਨਾਸ਼ਾਹੀ ਸਰਕਾਰ ਦੇ ਤਾਬੂਤ 'ਚ ਇੱਕ ਇੱਕ ਕਿੱਲ ਸਾਬਿਤ ਕਰਨਾ ਲੋਕਾਂ ਦੇ ਉੱਤੇ ਹੈ। ਨਹੀਂ ਤਾਂ ਲੋਕਤੰਤਰ ਦੇ 'ਚ ਹੱਤਿਆ ਜਿਹੜੀ ਉੱਥੇ ਹੋਈ ਹੈ ਉਹ ਹੋ ਰਹੀ ਹੈ, ਉਹਨੂੰ ਦਿਸ਼ਾ ਰਵੀ ਤੋਂ ਇਹਨਾਂ ਨੂੰ ਖਤਰਾ ਨਹੀਂ। ਇਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਵੀ ਦੇਖਿਓ ਜੇ ਕਿਤੇ ਤੁਹਾਡੇ ਵਰਗੇ ਜਰਨਲਿਸਟ ਜਾਂ ਕੋਈ ਸੁਨੀਲ ਵਰਗਾ ਬੋਲਦਾ ਫਿਰਦਾ ਹੈ ਤੇ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਵੀ ਤੁਹਾਡਾ ਵੀ ਹਾਲ ਆਹੀ ਕਰਾਂਗੇ। ਇੱਕ ਟਵੀਟ ਮਗਰ ਉਸ ਬੱਚੀ ਨੂੰ ਇਹਨਾਂ ਨੇ 5 ਦਿਨ ਦੇ ਰਿਮਾਂਡ ਤੇ ਲੈ ਕੇ ਚਲੇ ਗਏ। ਇੱਕ ਬੱਚੀ ਕਰਕੇ ਕਹਿੰਦੇ ਆ ਵੀ ਉਹਦੇ ਤੇ ਇਲਜ਼ਾਮ ਹੈ ਉਸਨੇ ਦੇਸ਼ ਦੀ ਛਵੀ ਬਾਹਰਲੇ ਮੁਲਕਾਂ 'ਚ ਵਿਗਾੜਨ ਦਾ ਉਹਨੇ ਸਾਜ਼ਿਸ਼ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ ਤੇ ਬੀਜੇਪੀ ਦੇ ਹਾਈ ਕਮਾਂਡ ਨੂੰ, ਜੇ ਉਹਨਾਂ ਦੇ ਇਲਾਵਾ ਕੋਈ ਹੋਰ ਹੈਗੇ ਨਾਗਪੁਰ 'ਚ ਬੈਠੇ ਹੈ, ਤਾਂ ਪਿਛਲੇ 6 ਸਾਲ ਤੋਂ ਕੋਈ ਦੁਨੀਆ ਦਾ ਮੁਲਕ ਨਹੀਂ ਛੱਡਿਆ ਮੋਦੀ ਸਾਹਿਬ ਨੇ ਜਿੱਥੇ ਜਾ ਕੇ ਇਹਨਾਂ ਨੇ ਆ ਨਹੀਂ ਅਖਾੜਾ ਲਾਇਆ भी मैं देश की छवि बनाने जा रहा हूँ, देश की इमेज मैंने बड़ी चमकाई है। वहाँ पे 6 ਸਾਲਾਂ ਦੀ ਚਮਕਾਈ ਇਮੇਜ ਹਜ਼ਾਰਾਂ ਕਰੋੜ ਰੁਪਇਆ ਖਰਚ ਕਰਤਾ ਤੇ ਇੱਕ ਬੱਚੀ ਨੇ ਆ ਕੇ ਇੱਕ ਲਾਈਨ ਨਾਲ ਉਹਦੇ ਤੇ ਹੁੰਝਾ ਫੇਰਤਾ, ਤਾਂ ਫਿਰ ਉਸ ਬੱਚੀ ਨੂੰ ਪ੍ਰਧਾਨ ਮੰਤਰੀ ਬਣਾ ਦਈਏ ਜਿਹੜੀ ਇੱਕ ਕਲਮ ਨਾਲ ਦੇਸ਼ ਦਾ ਨੁਕਸਾਨ ਕਰ ਸਕਦੀ ਹੈ, ਉਹ ਦੇਸ਼ ਨੂੰ ਬਣਾ ਵੀ ਸਕਦੀ ਹੈ। ਉਸ ਦਾ ਹਿਸਾਬ ਦੇਣ ਬੀਜੇਪੀ ਵਾਲੇ ਕਰੀ ਕੀ ਜਾਂਦੇ। ਇਹ ਤਾਂ ਲੋਕਾਂ ਦਾ ਆਵਾਜ਼ ਦਬਾਉਣ ਦਾ ਪ੍ਰਯਾਸ ਕਰ ਰਹੇ ਹੈ ਜੋ ਲੋਕਾਂ ਨੂੰ ਸਮਝਣਾ ਪਊਗਾ। ਉਧਰ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਭਾਜਪਾ ਦੇ ਉੱਤੇ ਸ਼ਬਦੀ ਟਿੱਪਣੀ ਕੀਤੀ ਹੈ। ਇਸ ਮੌਕੇ ਦੇ ਉੱਤੇ ਅਕਾਲੀ ਦਲ ਨੂੰ ਘੇਰਦਿਆਂ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਅਕਾਲੀ ਦਲ ਕੁਝ ਸਮਾਂ ਪਹਿਲਾਂ ਤੱਕ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਵੀ ਭੁਗਤਦਾ ਰਿਹਾ ਹੈ। ਮੇਰਾ ਇੱਕ ਬੜਾ ਸਿੰਪਲ ਜਿਹਾ ਸਵਾਲ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ, ਦੇਖੋ ਬੀਜੇਪੀ ਵਾਲਿਆਂ ਨੇ ਤਾਂ ਆਪਣਾ ਚਿਹਰਾ ਬੇਨਕਾਬ ਕਰਤਾ, ਕਾਲੇ ਕਾਨੂੰਨ ਲਿਆ ਕੇ ਪਹਿਲਾਂ ਕੰਟਰੈਕਟ ਫਾਰਮਿੰਗ ਵਾਲਾ ਲੈ ਕੇ ਭਾਈਵਾਲ ਸੀਗੇ ਅਕਾਲੀਆਂ ਦੇ ਨਾਲ 2013 'ਚ ਅਕਾਲੀ ਤੇ ਬੀਜੇਪੀ ਇਕੱਠੇ ਸੀ ਜਿਹੜੇ ਆ ਕਾਲਾ ਇਹਨਾਂ ਨੇ ਕਾਨੂੰਨ ਬਣਾਇਆ, ਤੇ ਹੁਣ 2000 ਫਿਰ ਜਿਹੜੇ 3 ਕਾਲੇ ਕਾਨੂੰਨ ਬਣਾਏ ਹੈ ਆ ਤੇ ਦੋਨੋਂ ਭਾਈਵਾਲ ਸੀਗੇ, ਫਿਰ ਬੀਜੇਪੀ ਤੇ ਅਕਾਲੀ। ਜਦੋਂ ਤੋਮਰ ਸਾਹਿਬ ਨੇ ਪਾਰਲੀਮੈਂਟ 'ਚ ਬਿਆਨ ਦਿੱਤੇ ਹੈ, ਮੇਰੀ ਬੇਨਤੀ ਹੈ ਇਹਨਾਂ ਸਾਰੇ ਲੀਡਰ ਸਾਹਿਬਾਨ ਨੂੰ, ਆਪ ਵਾਲਿਆਂ ਨੂੰ, ਤੁਸੀਂ ਉੱਥੇ ਕਿਉਂ ਨਹੀਂ ਉਹਨਾਂ ਨੂੰ ਰਿਬਟ ਕੀਤਾ? ਕਿਉਂ ਨਹੀਂ ਕੇਜਰੀਵਾਲ ਸਾਹਿਬ ਨੇ ਅਜੇ ਤਾਈਂ ਉੱਥੇ ਨੈਸ਼ਨਲ ਮੀਡੀਆ 'ਚ ਇਹ ਗੱਲ ਕੀਤੀ ਵੀ ਤੋਮਰ ਸਾਹਿਬ ਪੰਜਾਬ ਨੂੰ ਬਦਨਾਮ ਕਰ ਰਹੇ ਹੈ? ਆਹ ਜਿਹੜੇ ਕਾਲੇ ਕਾਨੂੰਨ ਬਣਿਆ ਹੈ ਕੰਟਰੈਕਟ ਫਾਰਮਿੰਗ ਵਾਲਾ, ਬਣਾਉਣ ਵਾਲੇ ਖੁਦ ਬੀਜੇਪੀ ਸੀਗੀ, ਆਹ ਖੁਦ ਅਕਾਲੀ ਇਹਦੇ ਵਿੱਚ ਸੀਗੇ। ਕਿਉਂ ਨਹੀਂ ਅਜੇ ਤਾਈਂ ਕੇਜਰੀਵਾਲ ਸਾਹਿਬ ਨੇ ਨੈਸ਼ਨਲ ਮੀਡੀਆ 'ਚ ਗੱਲ ਕਰਤਾ? ਇੱਥੇ ਪੰਜਾਬ ਦੇ ਲੋਕਾਂ ਨੂੰ ਭ੍ਰਮਿਤ ਕਰਨ ਵਾਸਤੇ ਇੱਥੇ ਕਾਂਗਰਸ ਤੋਂ ਸਵਾਲ ਪੁੱਛ ਰਹੀ ਹੈ ਆਮ ਆਦਮੀ ਪਾਰਟੀ ਵੀ ਤੁਸੀਂ 4 ਸਾਲ ਤਾਈਂ ਬੋਲੇ ਕਿਉਂ ਨਹੀਂ? ਮੈਂ ਸਵਾਲ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਲੀਡਰ ਆਫ ਆਪੋਜੀਸ਼ਨ ਸੀਗੇ, ਤੁਹਾਡੇ ਯੂ ਆਰ ਦਾ ਮੇਨ ਆਪੋਜੀਸ਼ਨ ਪਾਰਟੀ, ਤੁਸੀਂ ਕਿਉਂ ਨਹੀਂ ਇਹ ਮੁੱਦਾ ਚੱਕਿਆ? ਸਾਰਿਆਂ ਨੂੰ ਬੱਚੇ ਨੂੰ ਪਤਾ ਹੈ ਵੀ ਇਹ ਕਾਨੂੰਨ ਨਾ ਲਾਗੂ ਹੋਏ, ਪਾਸ ਜ਼ਰੂਰ ਕਰਾ ਲਿਆ, ਬਟ ਦੈਟ ਇਜ਼ ਵਰਥ ਅ ਪੀਸ ਆਫ ਪੇਪਰ, ਨਾਟ ਇਵਨ ਵਰਥ ਪੀਸ ਆਫ ਪੇਪਰ ਜਿਹਦੇ ਤੇ ਕਾਨੂੰਨ ਬਣੇ। ਨਾ ਰੂਲਸ ਫਰੇਮ ਕੀਤੇ ਗਏ, ਨਾ ਉਹਦੇ ਤੇ ਜਿਹੜੇ ਕਮਿਸ਼ਨ ਬਣਨੇ ਸੀਗੇ, ਸੈਟਲਮੈਂਟ ਕਮਿਸ਼ਨ, ਡਿਸਪਿਊਟ ਸੈਟਲਮੈਂਟ ਦੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਦੇ ਉੱਤੇ, ਕਿਉਂਕਿ ਬਾਦਲ ਸਾਹਿਬ ਚਾਹੇ ਜੋ ਕੁਝ ਵੀ ਹੈ ਬੜੇ ਲੋਕਾਂ ਦੀ ਨਬਜ਼ ਸਮਝਦੇ ਹੈ। ਉਹਨਾਂ ਨੇ ਦੇਖ ਲਿਆ ਵੀ ਇਹਦਾ ਬਹੁਤ ਗਲਤ ਪੰਗਾ ਲੈ ਲਿਆ, ਲੋਕਾਂ ਨੇ ਕੱਪੜੇ ਲੀੜੇ ਪਾੜ ਲੈਣੇ ਹੈ, ਇਸ ਕਰਕੇ ਉਹਨਾਂ ਨੇ ਪਾਸ ਤਾਂ ਕਰਾ ਲਿਆ ਪਰ ਉਹਨੂੰ ਠੰਡੇ ਬਸਤੇ 'ਚ ਪਾ ਲਿਆ, ਕਿਉਂਕਿ ਕਾਂਗਰਸ ਦਾ ਵਿਰੋਧ ਸੀ, ਲੋਕਾਂ ਦਾ ਵਿਰੋਧ ਸੀ। ਕਿਸਾਨਾਂ ਨੇ ਪਿੰਡਾਂ 'ਚ ਵੜਨਾ ਬੰਦ ਕਰ ਦੇਣਾ ਸੀਗਾ ਤੇ ਉੱਥੇ ਹੀ ਨਿਬੜ ਗਈ ਕਹਾਣੀ ਤੇ ਉਹ ਕਾਨੂੰਨ ਲਾਗੂ ਹੀ ਨਹੀਂ ਹੋਇਆ। ਅੱਜ ਇਹਨਾਂ ਨੇ ਆ ਕੇ ਗੜੇ ਮਰਦੇ ਉਖਾੜਨ ਵਾਲਾ ਕੰਮ ਕੀਤਾ ਹੈ। ਜਵਾਬ ਦੇਣ। ਮੇਰਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ, ਕਿਉਂ ਨਹੀਂ ਤੁਸੀਂ ਬੀਜੇਪੀ ਨੂੰ ਪੁੱਛਦੇ? ਕਿਉਂ ਨਹੀਂ ਜਾ ਕੇ ਅਕਾਲੀਆਂ ਨੂੰ ਪੁੱਛਦੇ? ਸਾਰੇ ਸਿਰਫ ਉਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਆਪਣੀ ਕਮਜ਼ੋਰੀਆਂ ਤੇ ਪਰਦਾ ਪਾ ਰਹੇ ਹੈ। ਆਹ ਕਾਲੇ ਕਾਨੂੰਨ ਨਾ, ਆ ਜਿਹੜਾ ਜਿਵੇਂ ਆਹ ਕਾਨੂੰਨ ਨਹੀਂ ਲਾਗੂ ਹੋਣ ਦੇਣੇ, ਬੈਂਚ 'ਚ ਪਿਆ, ਉਹ ਵੀ ਠੰਡੇ ਬਸਤੇ 'ਚ ਪਿਆ, ਤੇ ਇਹਨਾਂ ਦੇ ਜੇ ਤਸੱਲੀ ਹੁੰਦੀ ਹੈ, ਜੇ ਕਿਤੇ ਦੇਖਾਂਗੇ ਉਹਦੇ 'ਚ ਕੋਈ ਲੀਗਲ ਵੈਲਿਡਿਟੀ ਦਾ ਕਿਤੇ ਕੋਈ ਹੈ ਤਾਂ ਫਿਰ ਵੀ ਉਹਨੂੰ
ਸੀਐਮ ਸਾਹਿਬ ਨਾਲ ਗੱਲ ਕਰਕੇ ਇਸ ਬਜਟ ਸੱਤਰ ਦੇ ਅੰਦਰ ਉਹਨੂੰ ਖਤਮ ਕਰਾਉਣ ਦਾ ਪ੍ਰੋਵੀਜ਼ਨ ਹੈ, ਉਹ ਵੀ ਅਸੀਂ ਸਲਾਹ ਕਰਕੇ ਕਰਵਾਵਾਂਗੇ। ਉਧਰ ਭਲਕੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਜਾਣੇ ਨੇ। ਜੀ ਹਾਂ, ਇਹ ਸੈਮੀਫਾਈਨਲ ਦੇ ਨਤੀਜੇ ਦੱਸੇ ਜਾ ਰਹੇ ਨੇ, ਭਾਵ ਕਿ ਇਹਨਾਂ ਨਗਰ ਨਿਗਮ ਚੋਣਾਂ ਨੂੰ ਹੁਣ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਦੇ ਤੌਰ ਤੇ ਉੱਤੇ ਵੇਖਿਆ ਜਾਵੇਗਾ ਤੇ ਭਲਕੇ ਇਹ ਪਤਾ ਲੱਗ ਸਕਦਾ ਹੈ ਕਿ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਬਾਜੀ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਮਾਰਦੇ ਨੇ ਜਾਂ ਫਿਰ ਤੱਕੜੀ ਦਾ ਵੇਟ ਵੱਧਦਾ ਹੈ ਜਾਂ ਫਿਰ ਝਾੜੂ ਪੂਰੇ ਪੰਜਾਬ ਦੇ ਵਿੱਚ ਫਿਰਦਾ ਹੈ। ਇਸ ਦੇ ਉੱਤੇ ਨਿਗਾਹਾਂ ਰਹਿਣਗੀਆਂ ਕੱਲ੍ਹ ਕਿਸ ਵੱਡੀ ਪਾਰਟੀ ਦੇ ਵੱਲੋਂ ਉੱਭਰ ਕੇ ਅੱਗੇ ਆਇਆ ਜਾਂਦਾ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਸਿਆਸੀ ਬਿਆਨ ਵੀ ਨੇ, ਕਿਉਂਕਿ ਲਗਾਤਾਰ ਵਿਰੋਧੀ ਧਿਰਾਂ ਦਾ ਸੱਤਾਧਾਰੀ ਧਿਰ ਦੇ ਉੱਤੇ ਆਰੋਪ ਨੇ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਧੱਕੇਸ਼ਾਹੀ ਹੋਈ ਹੈ, ਜਿਸ ਨੂੰ ਲੈ ਕੇ ਮੀਤ ਹੇਅਰ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ। ਸੋ ਇਹ ਸਰਕਾਰ ਡਰਾਮੇਬਾਜ਼ੀ ਕਰਨਾ ਬੰਦ ਕਰੇ। ਜਿਹੜੀ ਤੁਹਾਡੀ ਮਨਸ਼ਾ ਸੀ ਉਹ ਤਾਂ ਵੈਸੇ ਪਹਿਲੇ ਦਿਨ ਤੋਂ ਹੀ ਜ਼ਾਹਰ ਹੋ ਗਈ ਸੀ, ਜਦੋਂ ਤੁਸੀਂ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੇ ਫਾਰਮ ਹੈ ਜਿਹੜੇ ਉਹ ਰਿਜੈਕਟ ਕੀਤੇ। ਇਕੱਲੇ ਰਾਮਪੁਰੇ ਹਲਕੇ 'ਚ 22 ਆਮ ਆਦਮੀ ਪਾਰਟੀ ਦੇ ਜਿਹੜੇ ਬੰਦਿਆਂ ਦੇ ਜਿਹੜੇ ਫਾਰਮ ਹੈ ਰਿਜੈਕਟ ਹੋਏ। ਇਕੱਲੇ ਆਮ ਆਦਮੀ ਪਾਰਟੀ ਨੇ ਆਪੋਜੀਸ਼ਨ ਪਾਰਟੀਆਂ ਦੇ ਤੁਸੀਂ ਸਾਰਿਆਂ ਦੇ ਰਿਜੈਕਟ ਕਰਤੇ। ਇਹਦਾ ਮਤਲਬ ਤੁਹਾਡੇ ਇਕੱਲੇ ਕਾਂਗਰਸ ਵਾਲੇ ਨੇ ਜਿਹੜੇ ਉਹਨਾਂ ਨੂੰ ਇਕੱਲਿਆਂ ਨੂੰ ਜਿਹੜੇ ਆ ਫਾਰਮ ਫਿਲ ਕਰਨੇ ਹੁੰਦਾ, ਬਾਕੀਆਂ ਨੂੰ ਤਾਂ ਆਉਂਦੇ ਨਹੀਂ। ਸੋ ਜੇ ਸਰਕਾਰ ਨੇ ਇਦਾਂ ਹੀ ਕਰਨਾ ਸੀ, ਤੁਸੀਂ ਇਦਾਂ ਹੀ ਲੋਕਤੰਤਰ ਦਾ ਕਤਲ ਕਰਨਾ ਸੀ, ਇਹ ਤਾਂ ਨੋਮੀਨੇਟ ਕਰ ਲੈਂਦੇ। ਕਾਹਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ, ਲੋਕਾਂ ਦਾ ਸਮਾਂ ਬਰਬਾਦ ਕੀਤਾ, ਨਾਲ ਲੜਾਈਆਂ ਪਵਾਤੀਆਂ ਲੋਕਾਂ 'ਚ। ਸੋ ਸਰਕਾਰ ਨੂੰ ਚਾਹੀਦਾ ਕਿ ਜੇ ਵੋਟਿੰਗ ਕਰਵਾਉਣੀ ਹੈ ਤਾਂ ਜਿੰਨੇ ਬੂਥਾਂ ਤੇ ਧੱਕਾ ਕੀਤਾ, ਤੁਹਾਡੇ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ, ਉਹ ਸਾਰੇ ਦੇ ਸਾਰੇ ਬੂਥਾਂ ਤੇ ਜਿਹੜੀ ਹੈ ਤੁਸੀਂ ਰੀਪੋਲਿੰਗ ਕਰਵਾਓ, ਨਹੀਂ ਆ 3 ਬੂਥਾਂ ਤੇ ਰੀਪੋਲਿੰਗ ਕਰਵਾ ਕੇ ਡਰਾਮੇਬਾਜ਼ੀ ਕਰਨਾ ਜਿਹੜੀ ਉਹ ਬੰਦ ਕਰੋ। ਉਧਰ ਲਗਾਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਭਾਜਪਾ ਦੇ ਉੱਤੇ ਲਗਾਤਾਰ ਟਿੱਪਣੀਆਂ ਦੇ ਵਾਰ ਜਾਰੀ ਨੇ। ਕਾਂਗਰਸੀ ਆਗੂ ਲਗਾਤਾਰ ਭਾਜਪਾ ਨੂੰ ਵੱਖੋ ਵੱਖਰੇ ਨਾਮਾਂ ਦੇ ਨਾਲ ਸੰਬੋਧਨ ਕਰ ਰਹੇ ਨੇ ਤੇ ਲੱਗ ਰਹੇ ਮੁਲਕ ਦੇ ਉੱਤੇ ਟੈਕਸਾਂ ਨੂੰ ਵੀ टिप्पणी के रूप में पेश कर रहे हैं। देखिए, मोदी टैक्स ये है कि 7 साल से जनता के साथ जो पैसा लूटा जा रहा है, 800% से ज़्यादा डीजल पे बढ़ाना और लोगों की जेब से जो लूटना, ये मोदी टैक्स नहीं है तो क्या है? और इसका फ़ायदा किसका हो? करीब 20 लाख करोड़ से ज़्यादा का पैसा ये लोग लूट चुके हैं। ये पैसा जाता कहाँ पे है? अगर आप आरबीआई से भी पैसा लूटते हैं, जनता से भी पैसा लूटते हैं, वैट जीएसटी भी बढ़ाते हैं, तो पैसा जा कहाँ रहा है? जनता तो पूछेगी। और कहीं ना कहीं इन मुद्दों से ध्यान भटका के दूसरों मुद्दों पे ध्यान लेके जाना, जिससे जनता इसके ऊपर गुस्सा ना हो। पर जनता समझ जाइए इनकी हकीकत, और जिस प्रकार से अभी लूट हो रही है, मुझे लगता है कि जो वसूली केंद्र उन्होंने दोस्तों के लिए जो चालू किया है, जनता इसका मुंह तोड़ जवाब देगी। कांग्रेस का स्टैंड बहुत क्लियर है कि जो आपने 6 साल में जो बढ़ोतरी की है उसको आप वापस लेंगे तो भी जो आज के जो रेट है उससे कम 40 से 45% रेट कम हो जाएंगे। तो हमारी एक ही मांग है कि 6 साल में जो उन्होंने मोदी टैक्स बढ़ाया है उसको कुछ भी करके कम करे और जनता को राहत दे। 820% डीजल पे, 258% पेट्रोल पे, ये अपने आप में पेट्रोल की और डीजल की कीमतों को आसमान तक ले गया है। इसी को अगर वापस ले लें तो दिल्ली में 61 रुपये पे पेट्रोल और 47 रुपये पे डीजल बिकेगा और लोगों को राहत मिलेगी। हम ये मांग बार बार दोहराते हैं सरकार से कि ये तुरंत किया जाए। उधर दिल्ली ਦੇ ਵਿੱਚ ਜਦੋਂ 26 ਜਨਵਰੀ ਨੂੰ ਘਟਨਾ ਵਾਪਰਦੀ ਹੈ, ਉਸ ਘਟਨਾ ਦੇ ਦਰਮਿਆਨ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਉਹ ਨੌਜਵਾਨ ਹੈ ਨਵਰੀਤ ਸਿੰਘ। ਨਵਰੀਤ ਦੇ ਦਾਦੇ ਨੂੰ ਨਾਲ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਹੁਣ ਨਵਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਸੁਖਪਾਲ ਸਿੰਘ ਖਹਿਰਾ ਵੱਡਾ ਇਕੱਠ ਕਰਨ ਦੀ ਤਿਆਰੀ ਦੇ ਵਿੱਚ ਲੱਗ ਰਹੇ ਨੇ। ਵੈਸੇ ਮੇਰੀ ਇੱਕ ਬੇਨਤੀ ਆ, ਜੇਕਰ ਕੋਈ ਸਾਰੇ ਇਸ ਤੋਂ ਚੱਲਦੇ, ਮੈਂ ਇਹਨਾਂ ਨਾਲ ਵੀ ਥੋੜੀ ਡਿਸਕਸ਼ਨ ਕੀਤੀ ਆ ਕਿ ਠੀਕ ਹੈ, ਕਿਸਾਨ ਜਥੇਬੰਦੀਆਂ ਬਹੁਤ ਅੱਛਾ ਕੰਮ ਕਰ ਰਹੀਆਂ, ਉਹਨਾਂ ਦਾ ਇੱਕ ਸਪੈਸੀਫਿਕ ਏਜੰਡਾ ਵਾ ਕਿ ਅਸੀਂ 3 ਫਾਰਮ ਲਾਜ਼ ਨੂੰ ਰਿਪੀਲ ਕਰਾਉਣਾ ਵਾ। ਉਹ ਉਸ ਦਾਇਰੇ ਤੋਂ ਬਾਹਰ ਸ਼ਾਇਦ ਉਹਨਾਂ ਦੀ ਮੁਸ਼ਕਲਾਤ ਵੀ ਆ ਕਿ ਉਹ ਕਿਸੇ ਵੀ ਸੂਬੇ ਦੀ ਜਾਂ ਕਿਸੇ ਇੱਕ ਵਿਸ਼ੇਸ਼ ਵਰਗ ਦੀ ਗੱਲ ਨਹੀਂ ਕਰਦੇ। ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਆਪਾਂ ਸਭ ਨੂੰ ਘੱਟੋ ਘੱਟ ਹਾਂ ਦਾ ਨਾਰਾ ਤਾਂ ਮਾਰਨਾ ਚਾਹੀਦਾ ਜਿਹੜੇ ਲੋਕ ਵਿਕਟਮਾਈਜ਼ ਹੋਏ ਨੇ। ਮੇਰੀ ਕੁਝ ਲਾਈਕ ਮਾਈਂਡਡ ਬੰਦਿਆਂ ਨਾਲ ਗੱਲ ਹੋਈ ਹੈ ਤੇ ਕੁਝ ਨਾਲ ਮੈਂ ਕਰੂੰਗਾ ਕਿ ਆਓ ਆਪਾਂ ਇੱਕ ਉਸ ਨੂੰ ਕੋਈ ਨਾਮ ਦੇ ਦਿਓ, ਉਹਨੂੰ ਐਕਸ਼ਨ ਕਮੇਟੀ ਨਾਮ ਦੇ ਦਿਓ, ਉਹਨੂੰ ਡਿਫੈਂਸ ਕਮੇਟੀ ਨਾਮ ਦੇ ਦਿਓ। ਇੱਕ ਕੁਝ ਬੰਦੇ ਇਕੱਠੇ ਹੋ ਕੇ ਜਿੰਨੇ ਨੌਜਵਾਨ ਜਿਹਨਾਂ ਦੇ ਪਰਚੇ ਦਰਜ ਕੀਤੇ ਗਏ ਨੇ, ਯੁਆਪਾ ਲਾਈ ਗਈ ਆ, ਜਾਂ ਜਿਹੜੇ ਅੰਦਰ ਫੜ ਕੇ ਅੰਦਰ ਦੇ ਦਿੱਤੇ, ਕੁਝ ਬਜ਼ੁਰਗ ਵੀ ਨੇ ਉਹਨਾਂ ਦੇ ਵਿੱਚ, ਜਾਂ ਨੋਦੀਪ ਕੌਰ ਹੈ ਜਾਂ ਦੀਪ ਸਿੱਧੂ ਆ ਜਾਂ ਲੱਖਾ ਸਿਧਾਣਾ, ਇਹਨਾਂ ਦੀ ਹਿਫਾਜ਼ਤ ਕਰਨ ਵਾਸਤੇ ਸਾਨੂੰ ਮੂਹਰੇ ਆਉਣਾ ਚਾਹੀਦਾ। we will not go into the merits and demerits of what happened, what not happened, ਪਰ ਜੇ ਆਪਾਂ ਇਹਨਾਂ ਨੂੰ ਅਸੀਂ ਸਾਰੇ ਡਿਸਓਨ ਕਰ ਦਾਂਗੇ ਪੰਜਾਬ ਦੇ ਲੋਕ, ਤੇ ਫਿਰ ਇਹਨਾਂ ਦੀ ਹਿਫਾਜ਼ਤ ਕੌਣ ਕਰੂਗਾ? ਫਿਰ ਤਾਂ ਇਹ they will become
scapegoats of easy scapegoats for the BJP to blame everything on them and disturb and destroy and torpedo the kisan farmers agitation. So ਮੇਰੀ ਕਾਲ ਹੈ ਕਿ ਜਿਹੜੇ ਲੋਕ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ। ਹਾਂ, ਉਹ ਤਾਂ ਚਲੋ he is already doing a lot of good social work for farmers agitation, not only farmers agitation but also I was watching ਕਿ ਉੱਤਰਾਖੰਡ 'ਚ ਜਿੱਥੇ ਹੁਣੇ ਐਡਾ ਵੱਡਾ ਮਨੁੱਖਤਾ ਦਾ ਉੱਥੇ ਵੀ ਪਹੁੰਚੇ ਹੋਏ ਨੇ ਸੇਵਾ ਕਰਨ ਲਈ, ਉਹਨਾਂ ਦੀ ਤਾਂ ਮੈਂ ਨੋਟ ਕਰ, ਅਸੀਂ ਉਹਨਾਂ ਨਾਲ ਵੀ ਸੰਪਰਕ ਕਰਾਂਗੇ। ਵੈਸੇ ਇਟਸ ਅੱਛਾ ਤੁਸੀਂ ਸੁਜੈਸਟ ਕੀਤਾ ਵਾ। ਆਈ ਵਿਲ ਆਲਸੋ ਪਰਸਨਲੀ ਟਾਕ ਟੂ ਹਿਮ ਕਿ ਵੈਦਰ ਹੀ ਇਜ਼ ਨਾਟ ਹੇਅਰ ਬਟ ਇਫ ਯੂ ਕੈਨ ਬੀ ਅ ਪਾਰਟ ਆਫ ਦਿਸ ਮੂਵਮੈਂਟ ਟੂ ਫਾਈਟ ਰਿਪਰੈਸ਼ਨ। ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ। ਜੇਕਰ ਤੁਸੀਂ ਆਰਮੀ ਕੰਟੀਨ ਦੇ ਵਿੱਚੋਂ ਸਮਾਨ ਖਰੀਦਦੇ ਹੋ, ਭਾਵ ਕਿ ਤੁਸੀਂ ਸਾਬਕਾ ਫੌਜੀ ਹੋ ਜਾਂ ਮੌਜੂਦਾ ਫੌਜੀ ਹੋ ਜਾਂ ਫਿਰ ਸ਼ਹੀਦ ਫੌਜੀਆਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ, ਤਾਂ ਹੁਣ ਤੁਸੀਂ ਆਰਮੀ ਕੰਟੀਨ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਦੇ ਲਈ ਕੈਸ਼ ਦੀ ਵਰਤੋਂ ਨਹੀਂ ਕਰ ਸਕੋਗੇ। ਜੀ ਹਾਂ, ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਜਿਸ ਦੇ ਤਹਿਤ ਹੁਣ ਆਰਮੀ ਕੰਟੀਨਾਂ ਦੇ ਵਿੱਚ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਹੀ ਖਰੀਦਦਾਰੀ ਹੋ ਸਕਿਆ ਕਰੇਗੀ। ਕੈਸ਼ ਦੀ ਵਰਤੋਂ ਪੂਰਨ ਤੌਰ ਤੇ ਉੱਤੇ ਬੰਦ ਕਰ ਦਿੱਤੀ ਗਈ ਹੈ। ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਹੁਕਮਾਂ ਨੂੰ ਲਾਗੂ ਵੀ ਕਰ ਦਿੱਤਾ ਗਿਆ। ਸੋ ਹੁਣ ਆਰਮੀ ਕੰਟੀਨਾਂ ਦੇ ਵਿੱਚ ਸਿਰਫ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਤੋਂ ਹੀ ਖਰੀਦਦਾਰੀ ਹੋ ਸਕਿਆ ਕਰੇਗੀ। ਸਾਨੂੰ ਜੀ ਉੱਤੇ ਸਾਡੇ ਹਾਇਰ ਹੈੱਡਕੁਆਟਰ ਤੋਂ ਹੁਕਮ ਆਇਆ ਹੈ ਕਿ ਵਿਦ ਇਮੀਡੀਏਟ ਇਫੈਕਟ ਕੋਈ ਵੀ ਕੈਸ਼ ਟ੍ਰਾਂਜੈਕਸ਼ਨ ਨਹੀਂ ਹੋਏਗੀ। ਜਿੰਨੀਆਂ ਵੀ ਪੇਮੈਂਟ ਕੰਟੀਨ ਦੇ ਬਿੱਲ ਜਿੰਨੇ ਸਮਾਨ ਲਓਗੇ, ਚਾਹੇ ਉਹ ਲਿਕਰ ਹੈ ਜਾਂ ਗਰੋਸਰੀ ਸਟੋਰ ਹੈ, ਉਹ ਡਿਜੀਟਲ ਤਰੀਕੇ ਨਾਲ ਪੇਮੈਂਟ ਹੋਏਗੀ, ਯਾਨੀ ਕਿ ATM ਕਾਰਡ ਜਾਂ ਡੈਬਿਟ ਕਾਰਡ ਦੇ ਹਿਸਾਬ ਨਾਲ ਪੇਮੈਂਟ ਹੋਏਗੀ। ਇਹ ਸਰ ਕਦ ਤੋਂ ਲਾਗੂ ਹੋ ਰਿਹਾ ਜੀ? ਇਹ 15 ਫਰਵਰੀ ਤੋਂ ਲਾਗੂ ਹੋ ਚੁੱਕਿਆ ਹੈ ਜੀ। ਸਰ ਇਹਦੇ 'ਚ ਜਿਹੜੀਆਂ ਵਿਡੋਜ਼ ਹੈਗੀ ਕਾਫੀ ਜਿਹੜੀਆਂ ਹੈਗੀਆਂ ਪੜ੍ਹੀਆਂ ਲਿਖੀਆਂ ਨੇ, ਅੰਗੂਠਾ ਛਾਪ ਆ, ਉਹਨਾਂ ਨੂੰ ਬੈਂਕ ਵੱਲੋਂ ATM ਕਾਰਡ ਇਸ਼ੂ ਨਹੀਂ ਕੀਤੇ ਗਏ, ਤੇ ਉਹਨਾਂ ਦੀ ਜਿਹੜੀ ਹੈਗੀ ਕਿਸ ਤਰ੍ਹਾਂ ਹੱਲ ਕੀਤਾ ਜਾਊਗਾ ਉਹਨਾਂ ਦੀ ਪ੍ਰੋਬਲਮ ਦਾ? ਇਹ ਪਰਸੈਂਟੇਜ ਬਹੁਤ ਘੱਟ ਹੈ ਜੀ, ਲੇਕਿਨ ਇਹਦਾ ਡਿਸੀਜਨ ਔਨ ਦਾ ਸਪੌਟ ਕੋਈ ਇੱਦਾਂ ਦਾ ਕੇਸ ਆਏਗਾ ਤਾਂ ਉਸੇ ਹਿਸਾਬ ਨਾਲ ਲਿਆ ਜਾਏਗਾ। ਤੇ ਇਹਦੇ ਫਾਇਦੇ ਕੀ ਹੋਣਗੇ ਸਰ? ਇਹਦੇ ਫਾਇਦੇ ਇੱਕ ਤਾਂ ਜੀ ਕਸਟਮਰ ਨੂੰ ਉਹਦੇ ਕੈਸ਼ ਦੀ ਇਮੀਡੀਏਟਲੀ ਰਿਸੀਟ ਮਿਲ ਗਈ ਹੈ, ਦੈਨ ਉਹਦੇ ਕੋਲ ਰਿਕਾਰਡ ਹੈ ਕਿ ਕਿਹੜੀ ਤਰੀਕ ਨੂੰ ਉਹਨੇ ਕਦੋਂ ਸਮਾਨ ਲਿਆ ਤੇ ਕਿੰਨੇ ਦਾ ਸਮਾਨ ਲਿਆ। ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤਾਂ ਕਿ ਇੱਥੇ ਆ ਕੇ ਦਿੱਕਤ ਨਾ ਹੋਵੇ, ਪ੍ਰੋਬਲਮ ਨਾ ਹੋਵੇ? ਜੀ ਮੇਰੀ ਅਪੀਲ ਜਿੰਨੇ ਵੀ ਸਾਡੇ ਕੰਟੀਨ ਦੇ ਕਸਟਮਰ ਹਨ ਉਹਨਾਂ ਨੂੰ ਇਹ ਹੈ ਕਿ ਵੱਧ ਤੋਂ ਵੱਧ ਲੋਕ, ਜ਼ਿਆਦਾ ਤੋਂ ਜ਼ਿਆਦਾ ਲੋਕ ਸਾਰੇ ATM ਕਾਰਡ ਲਿਆਉਣ, ATM ਕਾਰਡ ਜਾਂ ਡੈਬਿਟ ਕਾਰਡ ਦੇ ਨਾਲ ਹੀ ਪੇਮੈਂਟ ਕਰਨ। ਉਸ ਤੋਂ ਵਿੱਚ ਸਭ ਤੋਂ ਵੱਡਾ ਫਾਇਦਾ ਹੈ ਕਿ ਕਈ ਇੱਥੇ ਸਾਡੇ ਕੋਲ ਕੇਸ ਆਏ ਨੇ ਕਿ ਉਹ ਕਹਿੰਦੇ ਨੇ ਮੇਰਾ 100 ਰੁਪਇਆ ਡਿੱਗ ਪਿਆ, ਮੇਰਾ 200 ਰੁਪਇਆ ਡਿੱਗ ਪਿਆ ਜਾਂ ਰਸਤੇ 'ਚ ਡਿੱਗ ਪਿਆ। ਇੱਦਾਂ ਜੇ ਕਾਰਡ ਦੇ ਨਾਲ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੋਏਗੀ, ਕੈਸ਼ ਦੀ ਟ੍ਰਾਂਜੈਕਸ਼ਨ ਨਹੀਂ ਹੋਏਗੀ, ਤਾਂ ਕੈਸ਼ ਗੁੰਮਾਉਣ ਦੇ ਵੀ ਕੋਈ ਚਾਂਸ ਨਹੀਂ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲਗਾਤਾਰ ਮਹਾਮਾਰੀ ਦੇ ਦੌਰ ਦੇ ਦੌਰਾਨ ਦਿੱਲੀ ਵਾਸੀਆਂ ਨੇ ਦਿੱਲੀ ਸਰਕਾਰ ਦਾ ਪੂਰੇ ਤਰੀਕੇ ਦੇ ਨਾਲ ਸਾਥ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਵੀ ਖੁਸ਼ੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜੇ 98% आए ने, जो कि उन्होंने दिली बहुत वड्डी गल है। एक साल पहले आप सब ने एक बार फिर अपने बेटे को आपकी सेवा करने का एक और मौका दिया। बहुत कठिन साल था, लेकिन हम सब दिल्ली वालों ने मिलके एक परिवार की तरह काम किया और पूरी दुनिया में दिल्ली का नाम रोशन किया। कोरोना महामारी के बीच दिल्ली के सभी लोगों ने सरकार के साथ मिलके शानदार काम करके दिखाया है। कोरोना के खिलाफ दिल्ली सरकार के होम आइसोलेशन, प्लाज्मा बैंक, ऑक्सीमीटर, इन जैसे कामों की तो पूरी दुनिया में चर्चा हो रही है। लॉकडाउन में लाखों दिल्ली वासियों को खाना खिलाया, फ्री राशन बांटा, रास्तों में फंसे मजदूरों को उनके घर पहुंचाया। तमाम चुनौतियों के बीच आपकी सरकार ने फ्री बिजली पानी की स्कीम को जारी रखा। इन सब के बीच हमारे सरकारी स्कूल के बच्चों ने बोर्ड परीक्षा में 98% रिजल्ट लाके दिल्ली के 2 करोड़ लोगों का सिर गर्व से ऊंचा कर दिया। और हाँ, आपकी सरकार ने इस साल प्रदूषण से निपटने के लिए किसानों को पराली का समाधान भी दे दिया। अब दिल्ली के किसानों को पराली जलानी नहीं पड़ती। दिल्ली की तरक्की के इन 6 सालों में गरीब के बच्चे को अच्छी शिक्षा मिलने लगी है,
हर बीमार को अच्छा इलाज मिलने लगा है, 24 घंटे बिजली आने लगी है। ये 2 करोड़ दिल्ली वासियों की सरकार है जो 24 घंटे 7 दिन दिल्ली वासियों की ज़िंदगी आसान बनाने के लिए काम करती है और यूं ही करती रहेगी। बस आपका साथ और आपका आशीर्वाद चाहिए। मैं इसी तरह से आपकी सेवा में लगा रहूं। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋ ਰਹੇ ਹਾਂ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।